ਸਭਨਾ ਦਾ ਵੇਸਾ। ਤਨਾਸਰੀ ਮਹਿਲਾ ਪੰਜਵਾਂ। जिस को बिसरै प्राण पत दाता, सोई गणहो अभागा। चरण कमल जाका मन रांग्यो, अमें सरोवर पागा। जिसको बिसरै प्राण पत दाता, सोई गणहो अभागा। चरण कमल जाका मन रांग्यो, अमें सरोवर पागा। तेरा जन राम नाम रंग जागा, आलस छीज गया सब तन ते। प्रीतम स्यों मन लगा रहाओ, जह जह पेख्यो तह नारायण। सगल कटा महतागा, नाम उदक पीवत जन नानक। त्यागे सब अनुरागा, जह जह पेख्यो तह नारायण। सगल कटा मैं तागा, नाम उदक पीवत जन नानक। त्यागे सब अनुरागा। सतगुਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਪਿਆਰ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਰਹਿਮਤ ਦੇ ਘਰ ਦੇ ਵਿੱਚ ਆ ਕੇ ਅੱਜ ਦਾ ਪਵਿੱਤਰ ਹੁਕਮਨਾਮਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਕੀਤਾ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਤੇ ਪਾਵਨ ਸਰੂਪ ਵਿੱਚ 682 ਅੰਗ ਤੇ ਸੁਭਾਇਮਾਨ ਹੈ। ਤਨਾਸਰੀ ਮਹਿਲਾ ਪੰਜਵਾਂ। ਜਿਨ ਕੋ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਣਹੁ ਅਭਾਗਾ। ਚਰਨ ਕਮਲ ਜਾਂ ਕਾ ਮਨ ਰਾਂਗਿਓ, ਅਮੈ ਸਰੋਵਰ ਪਾਗਾ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਪੰਚਮ ਪਿਤਾ, ਪੰਚਮ ਪਾਤਸ਼ਾਹ। ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਪੰਜਵਾਂ ਸਰੂਪ ਅੱਜ ਦੇ ਪਵਿੱਤਰ ਹੁਕਮਨਾਮੇ ਵਿੱਚ ਸੰਗਤਾਂ ਨੂੰ ਉਪਦੇਸ਼ ਦਿੰਦੇ ਹਨ। ਜਿਨ੍ਹਾਂ ਨੂੰ ਪ੍ਰਾਣ ਦੇਣ ਵਾਲਾ ਪਰਮੇਸ਼ਰ ਭੁੱਲ ਗਿਆ, ਉਹ ਐਦਾਂ ਜਾਣੋ ਵੀ ਬਹੁਤ ਅਭਾਗੇ ਲੋਕ ਨੇ। ਪਰ ਜਿਹੜੀ ਚੀਜ਼ ਨੂੰ ਉਹ ਪ੍ਰਾਪਤ ਕਰਨ ਦੁਨੀਆ 'ਚ ਆਏ ਸੀ, ਉਸ ਚੀਜ਼ ਤੋਂ ਵਾਂਝੇ ਰਹਿ ਜਾਣਗੇ। ਉਹ ਕਿਹੜੀ ਵਸਤੂ ਹੈ, ਕਿਹੜੀ ਬਖਸ਼ਿਸ਼ ਹੈ? ਚਰਨ ਕਮਲ ਜਾਂ ਕਾ ਮਨ ਰਾਂਗਿਓ, ਅਮੇ ਸਰੋਵਰ ਪਾਗਾ। ਅਮੇ ਮੀਨਸ ਅੰਮ੍ਰਿਤ। ਜਿਹੜਾ ਅੰਮ੍ਰਿਤ ਦਾ ਸਰੋਵਰ ਸਾਡੇ ਸਰੀਰ ਦੇ ਵਿੱਚ ਆ, ਉਹਦਾ ਕਦੀ ਵੀ ਨਹੀਂ ਆਨੰਦ ਮਾਣਦੇ। ਪਰ ਦੁਨਿਆਵੀ ਜਿਹੜੇ ਰਸ ਤੇ ਕਸ ਨੇ, ਉਹਨਾਂ ਦੇ ਵਿੱਚ ਫਸੇ ਹੋਏ ਆ। ਇੱਕ ਨਾਸਤਕ ਸੀ, ਉਹਦੇ ਨਾਲ ਗੱਲਬਾਤ ਚੱਲ ਰਹੀ ਸੀ। ਉਹ ਕਹਿੰਦਾ ਮੇਰੇ ਕੋਲ ਇੱਕ ਵੀ ਰੀਜ਼ਨ ਨਹੀਂ ਕਿ ਮੈਂ ਰੱਬ ਨੂੰ ਯਾਦ ਕਰਾਂ। ਮੈਂ ਕਿਹਾ ਵੀ ਰੱਬ ਨੇ ਤੈਨੂੰ ਇੰਨਾ ਸੋਹਣਾ ਸਰੀਰ ਦਿੱਤਾ। ਕਹਿੰਦਾ ਰੱਬ ਨੇ ਥੋੜ੍ਹੀ ਦਿੱਤਾ,
ਇਹ ਸਰੀਰ ਤੇ ਇੱਕ ਕੈਮੀਕਲ ਰਿਐਕਸ਼ਨ ਆ, ਇੱਕ ਕੁਦਰਤੀ ਕਹਿੰਦਾ ਸਰੀਰ ਪੈਦਾ ਹੋ ਗਿਆ। ਤੇ ਮੈਂ ਕਿਹਾ ਤੈਨੂੰ ਪਤਾ ਕਿੱਥੇ ਜਾਣਾ ਤੂੰ? ਕਹਿੰਦਾ ਮੈਨੂੰ ਜਾਣਨ ਦੀ ਲੋੜ ਹੀ ਨਹੀਂ, ਮੈਨੂੰ ਬਸ ਇਹ ਪਤਾ ਮੈਂ ਹੁਣ ਜੀਂਦਾ, ਕੱਲ ਨਹੀਂ ਜੀਵਾਂਗਾ ਕੋਈ ਗੱਲ ਨਹੀਂ, ਪਰ ਰੱਬ ਨਹੀਂ ਹੈਗਾ। ਪਰ ਗੁਰੂ ਮਹਾਰਾਜ ਸਾਨੂੰ ਯਾਦ ਕਰਾਉਂਦੇ ਨੇ, ਜਿਹੜੀ ਚੀਜ਼ ਦ੍ਰਿਸ਼ਟਮਾਨ ਹੈ, ਦਿਸਦੀ ਆ, ਉਹ ਵੀ ਵਾਹਿਗੁਰੂ ਦੀ ਹੋਂਦ ਆ। ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਦਿਸਦੀਆਂ ਉਹ ਵੀ ਵਾਹਿਗੁਰੂ ਦੀ ਹੋਂਦ ਆ। ਦੂਹੂ ਪਾਖ ਕਾ ਆਪੇ ਧਣੀ। ਦੋ ਪੱਖ ਕਿਹੜੇ ਨੇ? ਦ੍ਰਿਸ਼ਟ ਤੇ ਅੰਦ੍ਰਿਸ਼ਟ, ਸਰਗੁਣ ਤੇ ਨਿਰਗੁਣ ਸਰੂਪ। ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਉਹਨੂੰ ਮੈਂ ਕਿਹਾ ਭਾਈ ਦੇਖ ਤੂੰ ਕਿੱਦਾਂ ਤੇਰਾ ਜਨਮ ਹੋਇਆ, ਕਿਉਂਕਿ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਸਾਨੂੰ ਦੱਸਦੇ ਹੈ ਕਿ ਕਿਉਂ ਅਸੀਂ ਵਾਹਿਗੁਰੂ ਨੂੰ ਯਾਦ ਰੱਖੀਏ। ਸੋ ਕੋ ਬਿਸਰੈ ਜੇ ਕਾਲ ਨਾ ਭਾਣਾ, ਸੋ ਕਿਉਂ ਬਿਸਰੈ ਜੇ ਕੀਆ ਜਾਣਾ, ਸੋ ਕੋ ਬਿਸਰੈ ਜਿਨ ਸਭ ਕੁਛ ਦਿਆ। ਸਾਰਾ ਕੁਝ ਪਰਮੇਸ਼ਰ ਨੇ ਤੈਨੂੰ ਦਿੱਤਾ। ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲੱਖ ਹੈ। ਇਹ ਗੱਲ ਮੁੱਕਦੀ ਹੈ। ਗੁਰੂ ਦੀ ਕਿਰਪਾ ਦੇ ਨਾਲ ਕਿਸੇ ਕਿਸੇ ਨੂੰ ਇਹ ਗੱਲ ਦੀ ਸਮਝ ਆ ਜਾਂਦੀ ਹੈ ਵੀ ਉਹ ਪਰਮੇਸ਼ਰ ਨੇ ਮੈਨੂੰ ਮਾਂ ਦੀ ਗਰਭ ਦੇ ਵਿੱਚ ਪ੍ਰਤਪਾਲਨਾ ਕੀਤੀ, ਸੰਭਾਲ ਕੇ ਰੱਖਿਆ। ਸਾਧ ਸੰਗਤ ਜੀ, ਉਹ ਜਗ੍ਹਾ ਜਿੱਥੇ ਮਾਂ ਵੀ ਆਪਣੇ ਬੱਚੇ ਨੂੰ ਸਪਰਸ਼ ਨਹੀਂ ਕਰ ਸਕਦੀ, ਕਮਾਲ ਦੀ ਚੀਜ਼ ਹੈ। ਮਾਂ ਨੂੰ ਬੜੀ ਆਸ ਹੈ ਵੀ ਬੱਚੇ ਦਾ ਜਨਮ ਹੋਣਾ, ਦਾਦੇ ਦਾਦੀ ਨੂੰ, ਨਾਨੇ ਨਾਨੀ ਨੂੰ ਆਸ ਹੈ ਵੀ ਬੱਚੇ ਦਾ ਜਨਮ ਹੋਣਾ। ਮਾਫ ਕਰਨਾ, 9 ਮਹੀਨੇ ਬੱਚੇ ਨੂੰ ਸਪਰਸ਼ ਨਹੀਂ ਕਰ ਸਕਦੇ। ਉੱਥੇ ਕੌਣ ਪ੍ਰਤਪਾਲਨਾ ਕਰ ਰਿਹਾ? ਸੋ ਮਹਾਰਾਜ ਸਾਨੂੰ ਯਾਦ ਕਰਾਉਂਦੇ ਨੇ, ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ। ਮਾਂ ਦੀ ਗਰਭ ਦੇ ਵਿੱਚ ਜਿਹੜੀ ਅੱਗ ਸੀ ਉਹਦੇ ਵਿੱਚ ਤੈਨੂੰ ਬਚਾ ਕੇ ਰੱਖਿਆ। ਪਰ ਕਿਸੇ ਕਿਸੇ ਨੂੰ ਇਹ ਗੱਲ ਦੀ ਸਮਝ ਆਉਂਦੀ ਹੈ। ਮੈਂ ਕਿਹਾ ਵੀ ਠੀਕ ਹੈ, ਤੂੰ ਕਹਿੰਦਾ ਵੀ ਮੈਂ ਆਪਣੇ ਆਪ ਪੈਦਾ ਹੋਇਆ, ਨੈਚੁਰਲੀ ਕੁਦਰਤੀ ਮੈਂ ਪੈਦਾ ਹੋ ਗਿਆ, ਕੁਦਰਤੀ ਮੈਂ ਇੱਥੋਂ ਖਤਮ ਹੋ ਜਾਣਾ, ਚਲੋ ਬਈ ਤੇਰੀ ਮਰਜ਼ੀ ਆ। ਪਰ ਗੁਰੂ ਮਹਾਰਾਜ ਨੇ ਸਾਨੂੰ ਦੱਸਿਆ ਕਿਸੇ ਕਿਸੇ ਨੂੰ ਇਹ ਗੱਲ ਦੀ ਸਮਝ ਆਉਂਦੀ ਹੈ। ਕੋਈ ਕੋਈ ਪਰਮੇਸ਼ਰ ਨੂੰ ਯਾਦ ਕਰਦਾ, ਹਰ ਕੋਈ ਯਾਦ ਨਹੀਂ ਕਰ ਸਕਦਾ। ਪਰ ਮਹਾਰਾਜ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਭਾਈ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਜਿਹੜੀ ਚੀਜ਼, ਜਿਹੜੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਸਤੇ ਤੁਸੀਂ ਦੁਨੀਆ 'ਚ ਆਏ ਹੋ, ਉਹ ਗੁਰੂ ਤੋਂ ਪ੍ਰਾਪਤ ਹੋਣੀ ਹੈ। ਕਈ ਵਾਰੀ ਕਹਿੰਦੇ ਵੀ ਬਲਾਈਂਡ ਫੇਥ ਨਹੀਂ ਹੋਣਾ ਚਾਹੀਦਾ, ਵੀ ਅੰਨ੍ਹੇਵਾਹ ਨਹੀਂ ਅਸੀਂ ਕੋਈ ਚੀਜ਼ ਮੰਨ ਲਈਏ। ਪਰ ਇਹ ਸਾਧ ਸੰਗਤ ਜੀ ਸਾਇੰਸ ਤੋਂ ਉਲਟਾ, ਸਾਇੰਸ ਸਿੱਧ ਕਰਦੀ ਹੈ ਚੀਜ਼ਾਂ ਨੂੰ ਤਾਂ ਅਸੀਂ ਮੰਨਦੇ ਹਾਂ। ਹੁਣ ਸਾਇੰਸ ਨੇ ਕਿਹਾ ਆਕਸੀਜਨ ਹੈ, ਤੁਸੀਂ ਆਕਸੀਜਨ ਦੇਖੀ ਆ? ਦੱਸੋ ਮੈਨੂੰ। ਨਹੀਂ ਦੇਖੀ? ਤੁਹਾਨੂੰ ਪਤਾ ਵੀ ਆਕਸੀਜਨ ਹੈ। ਆਕਸੀਜਨ ਤੋਂ ਬਿਨਾਂ ਸਾਡਾ ਜੀਵਨ ਵੀ ਨਹੀਂ। ਤੁਹਾਡਾ ਗੁਰੂ ਕਹਿੰਦਾ ਵੀ ਰੱਬ ਹੈ, ਰੱਬ ਤੋਂ ਬਿਨਾਂ ਤੁਹਾਡਾ ਜੀਵਨ ਨਹੀਂ। ਪਰ ਇਸ ਗੱਲ ਨੂੰ ਮੰਨਣ ਨੂੰ ਕੋਈ ਤਿਆਰ ਨਹੀਂ। ਜਦੋਂ ਕਿਸੇ ਦਾ ਆਕਸੀਜਨ ਦੀ ਕਮੀ ਹੁੰਦੀ ਨਾ, ਫਿਰ ਉਹ ਆਕਸੀਜਨ ਦੀ ਟਿਊਬ ਲਾਉਂਦੇ ਆ, ਨੱਕ ਥਾਈਂ ਪਾਈਪਾਂ ਲਾ ਕੇ ਚੜਾਉਂਦੇ ਆ। ਹੁਣ ਜਾਪਾਨ ਵਰਗੇ ਜਿਹੜੇ ਮੁਲਕ ਨੇ, ਉੱਥੇ ਇੰਨਾ ਪ੍ਰਦੂਸ਼ਣ ਹੈ, ਇੰਨੀ ਪੋਲਿਊਸ਼ਨ ਹੈ, ਭਈ ਆਕਸੀਜਨ ਦਾ ਜਿਹੜਾ ਘਾਟਾ ਹੋ ਗਿਆ ਉੱਥੇ। ਜਿਹੜੇ ਲੋਕੀ ਹੈ ਉਹਨਾਂ ਨੇ ਆਪਣੇ ਜਿਹੜੇ ਦਮੇ ਦੇ ਨਾਲ ਪੀੜਿਤ ਨੇ, ਆਸਥਮਾ ਕਹਿੰਦੇ ਜਿਹਨੂੰ, ਉਹਨਾਂ ਨੇ ਸਾਧ ਸੰਗਤ ਜੀ ਆਪਣੇ ਆਪਣੇ ਸਿਲੰਡਰ ਪਿੱਛੇ ਲਾਏ ਆ।
क्योंकि जे वो नैचुरली कुदरती हवा लैन की कोशिश करन ते हवा अंदर नहीं जाती, हवा का घाटा। सो इसे तरह साध संगत जी, जदों इंसान दुखी हो जाता तो फिर गुरबाणी का सिलेंडर लाना पैंदा पिछे, फिर कन्ना दे विच साध संगत जी आईपैड ला के इत्थे कीर्तन सुनना पैंदा। दुख मैं कहना माड़ी चीज़ नहीं, एक बख्शिश है, पर जे बंदा समझ जाए। सो गुरु महाराज फरमाते हैं, तेरा जन राम नाम रंग लागा, राम नाम रंग जागा। तेरा सेवक तेरे नाम दे रंग दे विच, प्यार दे विच, तेरी वडियाई सुन सुन के जाग पिया, पहला सुता होया सी। तेरा जन राम नाम रंग जागा। प्यार साध संगत जी एक इहो जी चीज़ आ जिहड़ी बंदे नूं सौण नहीं दिंदी। धन धन गुरु अर्जन देव जी पातशाह कहंदे ने, मोए रैन ना व्यावै नींद ना आवै, बिन देखै गुर दरबारे जियो। नींद नहीं आती। हुण माया दे पक्षों महाराज कहंदे जिहड़ा मैं सुता सी, माया नाल इन्ना प्यार सी, वो नींद, प्यार दी नींद, माया दी खिच दी नींद तो जाग पिया। देखो प्यार किदां तुहानूं जगाउंदा। कोई तुहाडा प्यारा मित्र, प्यारा साख संबंधी कोई इंडिया तो आंदा होए, हुण फ्लाइटां दा भी कोई टाइम नहीं हुंदा, राती 2 बजे भी लै सकती है ते दिन नूं 2 बजे भी लै सकती है। फ्लाइट आई राती 2 बजे, तुहाडा बड़ा प्यारा बंदा जिहदे नाल तुसीं प्यार करदे हो, तुहानूं नींद आंदी है? नहीं आंदी। भावें 3 घंटे का सफ़र होए एयरपोर्ट जाण दा, फ्लाइट लैन तो पहला 4 घंटा पहला तुसीं कार दे विच बह के एयरपोर्ट वाल जांदे हो। हथ जोड़ के बेनती करदा, किन्ने इंसान किन्ने प्राणी सवेरे अमृत वेले उठते हैं भी अपने प्यारे की याद दे विच बहना। ਇਹਦਾ मतलब इंसान माया की नींद दे विच सुता पिया, मोह, लभ, लोभ, हंकार, लालच, ਇਹ ਸਾਰਿਆਂ ਦੇ ਵਿੱਚ इंसान सुता। पर जिन्हां ते गुरु की कृपा होंदी ने वो जाग पैंदे ने। आलस छीज गया सब तन ते, ਜਿਹੜਾ तन ते आलस सी, उठिया नहीं जाता, सेवा नहीं होंदी, किसी गरीब की मदद नहीं होंदी। प्रीतम स्यो मन लागा रहा, हुण मेरा मन अपने प्रीतम नाल लग गया, अपने प्रीतम वास्ते मैं अपना जीवन निछावर कर दिता। साध संगत जी, अपने जिहड़े नज़दीकी हुंदे आ, या मैं इदां कह ਲਾਂ अपने पार्टी के बंदे, उन्हां दी मदद करन वास्ते ते इंसान हमेशा तैयार बर तैयार रहिंदा। जे कोई दूजी पार्टी का बंदा फट्टड़ हो के पिया होए, फिर आलस आ जाता, आलस आ जाता भी इहदी हुण आपां क्यों मदद करिए जाके, चंगा सगों मर जाएगा चंगा। पर साध संगत जी, आलस मुकिया सी भाई कन्हैया जी का। भावें कोई गुरसिख होए, भावें कोई मुसलमान होए, भावें कोई हिंदू होए, तन दे विच कोई आलस नहीं सी। भाई कन्हैया जी ने यह देखिया भाई इंसान तड़प रहा, एक जानवर है वो तड़प रहा, एक पंखी है वो तड़प रहा, मैनू रब नज़र आउंदा विच। सो गुरु महाराज फरमाते हैं, जदों रब नाल प्यार पैंदा है तो खलकत नाल भी प्यार पै जाता है। खालक ते खलकत एक ही चीज़ है। दुनिया करता करते की रचना आप करता रचना दे विच रचिया होया। जद तक असीं अपनी रचना नाल
ਇਨਸਾਨੀਅਤ ਨਾਲ ਪਿਆਰ ਨਹੀਂ ਕਰਾਂਗੇ, ਕਦੀ ਵੀ ਰੱਬ ਨੂੰ ਨਹੀਂ ਪਾ ਸਕਦੇ। ਕਬੀਰ ਸਾਹਿਬ ਨੇ ਤੇ ਇੰਨੀ ਸਪਸ਼ਟ ਗੱਲ ਕਰ ਦਿੱਤੀ, वेद कतेब कहो मत झूठे, झूठा जो ना विचारे, जो सब में एक खुदाए कहत हो, तो क्यों मुर्गी मारे। ਇਹਦਾ ਹੁਣ ਵਿਚਾਰ ਕਰਨ ਦੀ ਲੋੜ ਨਹੀਂ, ਬੜੀ ਸਪਸ਼ਟ ਗੱਲ ਹੈ। ਸੋ ਗੁਰੂ ਮਹਾਰਾਜ ਫਰਮਾਉਂਦੇ ਹਨ, ਜਹ ਜਹ ਪੇਖਿਓ ਤਹ ਨਾਰਾਇਣ। ਜਿਹੜੇ ਜੀਵ ਵੱਲ, ਜਿਹੜੇ ਪ੍ਰਾਣੀ ਵੱਲ ਮੈਂ ਦੇਖਦਾ, ਉੱਥੇ ਨਾਰਾਇਣ ਮਨੁੱਖਾਂ ਦਾ ਜਿਹੜਾ ਰਾਜਾ ਪਾਤਸ਼ਾਹ ਉਹ ਆਪ ਵਿੱਚ ਬੈਠਾ। ਜਿੱਦਾਂ ਬਾਣੀ ਚਾਹੁੰਦਾ ਨਾ, ਆਸਨ ਲੋਏ ਲੋਏ ਭੰਡਾਰ। ਵਾਹਿਗੁਰੂ ਜੀ ਦਾ ਆਸਨ ਹਰ ਇੱਕ ਸ਼ੈ ਦੇ ਵਿੱਚ ਹੈ, ਛੋਟੇ ਤੋਂ ਛੋਟੇ ਕਣਕੇ ਦੇ ਵਿੱਚ। ਜੇ ਅਸੀਂ ਸ੍ਰਿਸ਼ਟੀ ਨੂੰ ਬੜੇ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਇਹਦਾ ਵਰਤਾਅ ਕਰੀਏ ਤੇ ਸਾਰਾ ਜਿਹੜਾ ਵਾਤਾਵਰਨ ਠੀਕ ਰਹੇ। ਹੁਣ ਸਾਰੇ ਕਹਿੰਦੇ ਆ ਵੀ ਪਾਣੀ ਵੀ ਗੰਦਾ ਹੋ ਗਿਆ, ਪੰਜਾਬ ਦੇ ਵਿੱਚ ਕਹਿੰਦੇ ਆ ਨਾ, ਵਾਟਰ ਟੇਬਲ ਜਿਹੜੀਆਂ ਥੱਲੇ ਪਾਣੀ ਆ ਉਹ ਬਹੁਤ ਪੋਲੂਟਡ ਆ, ਕਿਉਂਕਿ ਜਿਹੜੇ ਖਾਦ ਪਾ ਪਾ ਕੇ, ਜ਼ਹਿਰੀਲੇ ਕੈਮੀਕਲ ਪਾ ਪਾ ਕੇ ਉਹ ਸਾਰੇ ਧਰਤੀ ਦੇ ਵਿੱਚ ਜਾਂਦੇ ਆ, ਤੇ ਜਿਹੜਾ ਪਿਤਾ ਸੀ ਉਹ ਤੇ ਪੋਲਿਊਟ ਹੋ ਗਿਆ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਾਤ। ਹੁਣ ਕਹਿੰਦੇ ਗੱਡੀਆਂ ਇੰਨੀਆਂ ਚਲਦੀਆਂ ਵੀ ਹਵਾ ਵੀ ਪੋਲਿਊਟ ਹੋ ਰਹੀ ਹੈ। ਵਾਹਿਗੁਰੂ ਦੇ ਅਸੂਲਾਂ ਮੁਤਾਬਕ ਫਿਰ ਇੱਕ ਦਿਨ ਪਰਲੋ ਆਏਗੀ ਤੇ ਫਿਰ ਦੁਬਾਰਾ ਤੋਂ ਵਾਹਿਗੁਰੂ ਜੀ ਆਪ ਦੁਨੀਆ ਨੂੰ ਸਟਾਰਟ ਕਰਨਗੇ, ਸ਼ੁਰੂ ਕਰਨਗੇ। ਹਰਨ ਭਰਨ ਜਾਂ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੇ ਹੋਰ। ਹਰ ਇੱਕ ਚੀਜ਼ ਦਾ ਮਾਣ ਸਤਿਕਾਰ ਕਰੋ। ਕਬੀਰ ਖਾਕ ਨਾ ਨਿੰਦੀ ਹੈ ਖਾਕੂ ਜੇਠ ਨਾ ਕੋਏ, ਜੀਵਤਿਆਂ ਪੈਰਾਂ ਤਲੇ ਮੂੰਹਾਂ ਉੱਪਰ ਹੋਏ। ਕਿੰਨੀਆਂ ਸਪਸ਼ਟ ਗੱਲਾਂ ਕੀਤੀਆਂ ਸਤਿਗੁਰਾਂ ਨੇ ਸਾਡੇ ਨਾਲ, ਪਰ ਜੇ ਅਸੀਂ ਨਾ ਮੰਨੀਏ ਫਿਰ ਬਾਅਦ ਦੇ ਵਿੱਚ ਕਹੀਏ ਦੁੱਖ ਬਹੁਤ ਆ, ਤੇ ਗੁਰੂ ਦਾ ਕਸੂਰ ਨਹੀਂ, ਵਾਹਿਗੁਰੂ ਦਾ ਕਸੂਰ ਨਹੀਂ। ਸੋ ਗੁਰੂ ਮਹਾਰਾਜ ਅੱਗੇ ਫਰਮਾਉਂਦੇ ਹਨ, ਸਾਰੀ ਸ੍ਰਿਸ਼ਟੀ ਦੇ ਵਿੱਚ ਤਾਗੇ ਦੇ ਰੂਪ ਦੇ ਵਿੱਚ ਵਾਹਿਗੁਰੂ ਸਾਰੇ ਛੋਟੇ ਛੋਟੇ ਮੋਤੀਆਂ ਨੂੰ ਪਰੋਇਆ ਹੋਇਆ। ਸਾਰੀ ਸ੍ਰਿਸ਼ਟੀ ਐਦਾਂ ਮੰਨੋ ਵੀ ਜਿੱਦਾਂ ਛੋਟੇ ਛੋਟੇ ਮਣਕੇ ਹੈ। ਸਗਲ ਘਟਾ ਮੈਂ ਤਾਗਾ, ਤਾਗਾ ਮੈਨੇ ਥ੍ਰੈਡ। ਸਾਰੀ ਸ੍ਰਿਸ਼ਟੀ ਦੇ ਮਣਕਿਆਂ ਦੇ ਵਿੱਚ ਇਹ ਛੋਟੇ ਛੋਟੇ ਇਨਸਾਨ, ਅਸੀਂ ਵੀ ਮਣਕੇ ਹੀ ਹਾਂ, ਉਹਨਾਂ ਦੇ ਵਿੱਚ ਵਾਹਿਗੁਰੂ ਦਾ ਤਾਗਾ ਸਾਰਿਆਂ ਦੇ ਵਿੱਚ ਪਰੋਇਆ ਹੋਇਆ। ਨਾਨਕ ਉਦਕ ਪੀਵਤ ਜਨ ਨਾਨਕ, ਤਿਆਗਿਆ ਸਭ ਅਨੁਰਾਗਾ। ਉਦਕ ਦਾ ਭਾਵ ਪਾਣੀ ਅਰਥਾਤ ਅੰਮ੍ਰਿਤ। ਹੁਣ ਦਾਸ ਨਾਨਕ ਉਸ ਅੰਮ੍ਰਿਤ ਨੂੰ ਪੀਂਦਾ ਤੇ ਆਨੰਦ ਮਾਣਦਾ, ਤੇ ਸਾਰੇ ਅਨੁਰਾਗ ਭਾਵ ਮਾਇਆ ਦੇ ਪਿਆਰ ਮੁੱਕ ਗਏ ਨੇ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਕੁਝ ਸਮਾਂ ਪਿਆਰ ਦੇ ਨਾਲ ਅੰਗਰੇਜ਼ੀ ਦੇ ਵਿੱਚ ਵਿਚਾਰ ਸ਼ਰਵਣ ਕਰਨਾ ਜੀ। Today's Hukamnama is blessing from Sachkhand Sri Harmandir Sahib. Hukamnama is placed in Dhan Dhan Shri Guru Granth Sahib Ji Maharaj on Ang 682. ਤਨਾਸਰੀ ਮਹਿਲਾ ਪੰਜਵਾ। ਜਿਸ ਕੋ ਬਿਸਰੈ ਪ੍ਰਾਨਪਤ ਦਾਤਾ, ਸੋਈ ਗਨਹੁ ਅਭਾਗਾ। ਚਰਨ ਕਮਲ ਜਾਂ ਕਾ ਮਨ ਰਾਂਗਿਓ, ਅਮੇ ਸਰੋਵਰ ਪਾਗਾ। ਧੰਨ ਧੰਨ Guru Arjan Dev Ji Maharaj has composed today's Hukamnama in Rag Tanasri, which creates the cheerful mood. ਧੰਨ ਧੰਨ Guru Arjan Dev Ji Maharaj enlightens the people of the world. Jisko bisra, bisra means to forget. Pran pat, pran is life, pat is honor. Those who forget the honor of this human life, they are very unfortunate. Soi ganaho apaga. Gano means acknowledge. Word comes from ginti, to count. Apaga, apaga means unfortunate.
This antonym of apaga is paga, ya bhag wale, those who are very fortunate. So those people who forget the owner of this human body, owner of the life, they are very unfortunate. Charan kamal ja ka man rangyo, ame sarovar paga. But those who focus on the lotus feet of the Almighty Lord, it simply implies practicing the divine order, to remain within the will of the Lord. ਵਾਹਿਗੁਰੂ ਦਾ ਹੁਕਮ ਮੰਨਣਾ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੈ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ। Whatever Vaheguru wishes, if you do that, you will receive all the heart desired fruits. More importantly, you will start relishing and enjoying the lake of Amrit within your body. Because in this body, there are so many flavors. There are so many pleasures. Pleasure of tongue. Tongue enjoys talking. Tongue enjoys singing. Ears, they enjoy listening to the music. So there are so many ras, so many pleasures. Nostrils enjoy beautiful aroma. Dhan Dhan Guru Nanak Dev Ji Maharaj reveals there are so many pleasures Vaheguru had added to this body. Unfortunate person forgets the true pleasure, true relish, which is the Amrit within the body, which is so sweet, brings the thrill in the body, fascination in the body. The body vibrates. Where is it written? In Sukhmani Sahib Bani, Guru Maharaj reveals, Prabh ka simran anhad chunkar, sukh prabh simran ka ant na par. When you remember Vaheguru, within your body, there is amazing vibration. And that experience is so pleasing, you would have never experienced in any of the songs you like, any of the food you may have tasted in your life. So Guru Maharaj is saying those who enjoy the nectar within the body, which implies presence of God, they are most fortunate. Tera jana Ram Naam Rang Jaga. Tera Jan, your humble servant, has woken up from the sleep of material. I was so drawn to the material. I have so many friends. I have so many people I love, I adore. There are so many things I fancy. But Vaheguru, all those temptations, attachments, they were like I was fast asleep. Without realizing that Creator, you have created this fascinating body of mine. You have blessed me with this life. And I couldn't serve you. But now I have woken up in your love. Ram Naam Rang Jaga. Jaga means to wake up. Ram means ever-pervading Lord. Naam means God's glory, God's power, God's wisdom. When you look at the creation, you can see God's wisdom, God's power within the creation. The whole creation is created through Vaheguru's Naam, and Vaheguru is present throughout the creation. Naam ke tare khand brahmand. Every little tiny particle you look at,
there is presence of God there, presence of Vaheguru's naam. Jeta kita teta nao, when naam nahi ko thao. And that Vaheguru's naam is Omkar. That is the true name. The sound of Omkar, the divine sermon, the divine word, Anhat Naad, is vibrating throughout the whole universe, even little tiny particle. So connecting our Surt to Omkar is realization of Vaheguru. Ape Shabad, Ape Nishan, Ape Surta, Ape Jaan. God himself is the word from where the whole creation has started. And word is sustaining the whole creation. Omkar word sustains the whole creation. So Guru Maharaj reveals that I'm woken up because the Amrit is so amazing. I've fallen in love. Remember, if you love someone, no matter what time of the morning person is landing, if person is coming from India, you will wake up, start 3 hours before the flight to get to the airport and pick up the person, because you love that person. When you fall in love with Vaheguru, you keep awake all the time. Whilst asleep, you remember Vaheguru. Whilst sitting, you remember Vaheguru. Whilst at work, you remember Vaheguru. Uthat baithat sovat naam, koho nanak jan ke sadkam. This is the nature of humble servant. Whilst sitting, whilst walking, whilst sleeping, they remain drenched in Vaheguru's love. They are dyed in Vaheguru's love. So Guru Maharaj reveals, Alas chij gaya sab tante, Pritam seo man laga rahao. Alas is laziness. All my laziness has gone. And I have fallen in love with my dear Creator. One point I want to bring is, it's so easy to help people you like. How about helping those which belong to different caste, different faith, different religion? How about helping those people who are different color? Maybe you are proud of your color. In those cases, you become lazy. But there is a super example from the history, Bhai Kanhaiya ji. He was in the middle of the battlefield. He will help Gursikhs who were injured. Not only that, he will help the people from the enemy group who were fighting against them. He was helping Muslims, Hindus, Sikhs, animals, birds, anything which he saw needed help. His laziness had gone because he was one with Vaheguru. He could see Vaheguru in everyone. So Guru Maharaj reveals, Jai Jai Pekhyo, Teh Narayan, wherever I see, I can see you, Vaheguru. Sagal Kata Mein Taga, you are like a taga, like a thread, which is woven through all the pearls. Every living being is like a little pearl. So Vaheguru, your thread is passing through everything, and it's a beautiful necklace of your creation. Nanak, Naam udak pivat jana nanak tyage sab anuraga. Anuraga means love. When I tasted the beautiful Amrit within my body, I've given up all the other tastes, love for the material. And I've become single-minded and single-focused. So have a great day, Sath Sangat ji. प्यार नाल सतगुरां दी बख्शी हुई फतेह सांझी करनी। वाहिगुरू जी का खालसा, वाहिगुरू जी की फतेह।